सत श्री अकाल दोस्तों, तुम देख रहे हो बनेरा टीवी ते मैं आ सुखविंदर शेरगिल। लगातार असी पंजाब के अणसुलझे मुद्दों पर गलबात कर रहे हैं तो तुहाड़ियां बहुत सारिया जिहड़ियां मुलाकातां ने वो सिक्ख्या के मुद्दे ते तुहाडियां नाल करवाइयां ने। वो भावें प्रोफैसर साहबान होण, भावें राजनीति के नाल जुड़ियां हुई शख्सियतां होण, लगातार असी इस मुद्दे ते गलबात कर रहे हैं। तो अज एक बार फिर तो इस मुद्दे ते गल करांगे पंजाब की सिक्ख्या नीति ते नाल दी नाल जिहड़ियां रैगूलर प्रोफैसर ने उन्हां दी भर्ती है जिहड़ी करीब 25 सालों तो नहीं आई, तो लाइब्रेरीयन के हालात ने जोड़े वो बद तो बदतर हो रहे हैं। तो नाल दी नाल गल होगी उस मामले की जिहड़ा कि पिछले करीब 10 सालों तो लमकदा आ रहा, जानी कि जिहड़ा 2011 दे विच टैट पहली बार आया सी, उन्हां कुड़ियां दी गल करांगे। 51, 78 ते 34, 42 जिहड़ी भर्ती है उस दी गल करांगे। लगातार ये मामला गरमाउंदा नज़र आउंदा क्योंकि अकाली दल सरकार भी उस समय रह लई है तो नाल दी नाल कांग्रेस पार्टी का भी जिहड़ा कार्यकाल है वो भी पूरा हो गया। तो ये सारे मुद्दे ते गलबात करांगे। तो गलबात कर लई साडे नाल जुड़ चुके ने डॉक्टर भीमेंद्र सिंह जी। सब तो पहला उन्हां दा स्वागत कर दिंदे आ। डॉक्टर साहब बहुत बहुत स्वागत है जी। बहुत बहुत शुक्रिया, मेहरबानी, धन्यवाद सुखविंदर जी। डॉक्टर साहब सब तो पहला सवाल यही है, विरोधी पार्टियां होण भावें आम लोग होण, वो सिक्ख्या नीति ते वड्डे सवाल उठा रही ने। पंजाब सरकार दियां वख-वख समय दियां सरकारां ते सवाल उठते रहे तो एक बार हुण फिर जिहड़े सिक्ख्या नीति ते भी सवाल उठ रहे हैं क्योंकि लगातार ETT अध्यापक होण जां टैट पास अध्यापक होण जां रैगूलर प्रोफैसरां दी गल होवे जां 51 जिहड़े 78 ते 34, 42 भर्ती होवे, वो सारे लगातार प्रदर्शन कर रहे हैं। तुसीं किस तरह देखदे हो? सुखविंदर जी, मैं थोड़ा जिहा शुरुआत जिहड़ी हैगी है अपने इस गलबात दी 1947 ਦੇ ਵਿੱਚ ਜਦੋਂ ਮੁਲਕ ਆਜ਼ਾਦ ਹੁੰਦਾ ਹੈ ਔਰ 1950 ਦੇ ਵਿੱਚ ਜਦੋਂ ਸਾਡਾ ਸੰਵਿਧਾਨ ਲਾਗੂ ਹੁੰਦਾ ਹੈ, ਉਹ ਸੰਵਿਧਾਨ ਦੀ ਪ੍ਰੈਂਬਲ ਤੋਂ ਆਪਣੀ ਗੱਲ ਸ਼ੁਰੂ ਕਰਾਂਗਾ। ਪ੍ਰੈਂਬਲ ਮਤਲਬ ਉਹਦਾ ਜਿਹੜਾ ਪਹਿਲਾ ਭਾਗ ਹੈ ਔਰ ਉਹਦਾ ਸਾਰ ਕਹਿ ਸਕਦੇ ਹਾਂ, ਉਹਦੀ ਜਿੰਦ ਜਾਨ ਹੈ ਸੰਵਿਧਾਨ ਦੀ। ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਸਾਡਾ ਮੁਲਕ ਹੋਏਗਾ, ਹਿੰਦੁਸਤਾਨ ਜਾਂ ਭਾਰਤ ਹੋਏਗਾ, ਇਹ ਇੱਕ ਸਮਾਜਵਾਦੀ ਔਰ ਧਰਮ ਨਿਰਪੱਖ ਮੁਲਕ ਹੋਏਗਾ। ਹੁਣ ਜਿਹੜਾ ਇਹ ਸ਼ਬਦ ਹੈ ਸਮਾਜਵਾਦੀ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਐਜੂਕੇਸ਼ਨ ਔਰ ਹੈਲਥ ਤੇ ਮਨੁੱਖ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਹ ਹੈਗਾ ਸਮਾਜਵਾਦੀ ਮਾਡਲ ਜਿਹੜਾ ਕਿ ਸਾਡਾ ਸੰਵਿਧਾਨ ਸਾਨੂੰ ਕਹਿੰਦਾ ਹੈ। ਪਰ ਹੋਇਆ ਕੀ, 1947 ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ, ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ, ਚਾਹੇ ਪਹਿਲਾਂ ਤਾਂ ਕਾਂਗਰਸੀ ਸਰਕਾਰਾਂ ਰਹੀਆਂ ਬਹੁਤ ਲੰਮਾ ਸਮਾਂ, ਚਾਹੇ ਉਹ ਸਟੇਟ ਦੇ ਵਿੱਚ ਚਾਹੇ ਸੈਂਟਰ ਦੇ ਵਿੱਚ। ਸੋ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਵੱਖ-ਵੱਖ ਸਟੇਟਾਂ ਦੇ ਵਿੱਚ ਸਰਕਾਰਾਂ ਬਦਲਣੀਆਂ ਸ਼ੁਰੂ ਹੋਈਆਂ ਕਾਂਗਰਸ ਦੀਆਂ 70ਵਿਆਂ ਤੱਕ ਆਉਂਦਿਆਂ, ਤਾਂ ਇਹਦੇ ਵਿੱਚ ਕੀ ਹੋ ਗਿਆ ਕਿ ਐਜੂਕੇਸ਼ਨ ਦਾ ਜਿਹੜਾ ਮਾਡਲ ਸੀਗਾ ਉਹਨੂੰ ਵੀ ਬਦਲਣਾ ਸ਼ੁਰੂ ਕੀਤਾ ਗਿਆ। ਔਰ 90ਵਿਆਂ ਤੱਕ ਆਉਂਦਿਆਂ ਤੁਸੀਂ ਦੇਖੋਗੇ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਹਰੇ ਇਨਕਲਾਬ ਦਾ ਜਦੋਂ 60 ਦੇ ਵਿੱਚ ਇਨਕਲਾਬ ਸ਼ੁਰੂ ਹੁੰਦਾ, ਹਰਾ ਇਨਕਲਾਬ, ਤਾਂ ਉਦੋਂ ਬਾਅਦ ਵੀ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਬਦਲੀ ਗਈ ਔਰ ਪ੍ਰਾਈਵੇਟਾਈਜੇਸ਼ਨ ਉਦੋਂ ਹੀ ਸ਼ੁਰੂ ਹੋ ਗਈ ਸੀ ਹਰੇ ਇਨਕਲਾਬ ਤੋਂ ਬਾਅਦ। ਸੇ ਇਹਦੇ ਸਿਖਰ ਉਦੋਂ ਆਈ ਜਦੋਂ 1990 ਦੇ ਵਿੱਚ ਸੈਂਟਰ ਦੀ ਜਿਹੜੀ ਸਰਕਾਰ ਨੇ, ਉਸ ਵੇਲੇ ਰਾਜੀਵ ਗਾਂਧੀ ਹੋਰਾਂ ਦੀ ਸਰਕਾਰ ਸੀਗੀ, 1991-92 ਦੀ ਗੱਲ ਕਰ ਰਹੇ ਹਾਂ, ਤਾਂ ਉਹਦੇ ਵਿੱਚ ਗਲੋਬਲਾਈਜੇਸ਼ਨ ਵਿਸ਼ਵੀਕਰਨ ਦੀਆਂ ਨੀਤੀਆਂ ਸ਼ੁਰੂ ਹੋਈਆਂ। ਇਹ ਨੀਤੀਆਂ ਕੀ ਸੀਗੀਆਂ? ਇਹ ਨੀਤੀਆਂ ਇਹ ਸੀਗੀਆਂ ਕਿ ਸਰਕਾਰਾਂ ਜਿਹੜੀਆਂ ਨੇ, ਚਾਹੇ ਉਹ ਹੈਲਥ ਦਾ ਮਸਲਾ ਹੋਵੇ, ਚਾਹੇ ਉਹ ਐਜੂਕੇਸ਼ਨ ਦਾ ਮਸਲਾ ਹੋਵੇ, ਜਾਂ ਉਹਨਾਂ ਦੀਆਂ ਬੁਨਿਆਦੀ ਲੋੜਾਂ ਦੀਆਂ ਰੁਜ਼ਗਾਰ ਦਾ ਮਸਲਾ ਹੋਵੇ, ਉਹਦੇ ਵਿੱਚੋਂ ਦਖਲ ਅੰਦਾਜ਼ੀ ਘੱਟ ਕਰੇ ਔਰ ਸਾਰਾ ਕੁਝ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਜਾਏ। ਇਹ ਉਹਦੀ ਮੇਨ ਮੁੱਖ ਤੌਰ 'ਤੇ ਸਾਰਾ ਜਿਹੜਾ ਉਹਦੀ ਪਾਲਿਸੀ ਸੀਗੀ ਕਿ 1990 ਦੀ ਵਿਸ਼ਵੀਕਰਨ ਦੀ ਪਾਲਿਸੀ ਦਾ ਮਤਲਬ ਇਹੀ ਸੀਗਾ ਕਿ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਐਜੂਕੇਸ਼ਨ ਦੇ ਵਿੱਚ, ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਲਥ ਦੇ ਵਿੱਚ, ਲੋਕਾਂ ਨੂੰ ਉਹਨਾਂ ਦੇ ਜਿਹੜਾ ਖਾਸ ਤੌਰ 'ਤੇ ਮੰਡੀ ਦੇ ਸਹਾਰੇ ਛੱਡ ਦਿੱਤਾ ਜਾਏ। ਸੋ ਇਹਦਾ ਨਤੀਜਾ ਕੀ ਹੋਇਆ? ਇਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੀ ਜਿਹੜੀਆਂ ਸਰਕਾਰਾਂ ਆਈਆਂ 1990 ਤੋਂ ਬਾਅਦ, ਉਹਨਾਂ ਨੇ ਇਸ ਪਾਲਿਸੀ ਦਾ ਭਰਪੂਰ ਫਾਇਦਾ ਲਿਆ ਔਰ ਇਹਦਾ ਪੂਰਾ ਨਜਾਇਜ਼ ਫਾਇਦਾ ਉਠਾ ਕੇ ਉਹਨਾਂ ਨੇ ਪੰਜਾਬ ਦੇ ਸਕੂਲ ਜਿਹੜੇ ਸੀਗੇ ਉਹਨਾਂ ਨੂੰ ਪ੍ਰਾਈਵੇਟ ਵੱਲ ਝੁਕਾਅ ਜਿਹੜਾ ਹੈਗਾ ਜ਼ਿਆਦਾ ਹੋਇਆ ਲੋਕਾਂ ਦਾ, ਔਰ ਕਾਲਜਿਸ ਜਿਹੜੇ ਨੇ
ਉਹ ਹੌਲੀ ਹੌਲੀ ਸਰਕਾਰੀ ਕਾਲਜ ਜਿਹੜੇ ਬਣੇ ਹੋਏ ਸੀਗੇ ਉਹ ਖਤਮ ਹੋਣੇ ਸ਼ੁਰੂ ਹੋਏ ਔਰ ਇੱਥੋਂ ਤੱਕ ਕਿ ਜਿਹੜੀਆਂ ਯੂਨੀਵਰਸਿਟੀ ਸੀਗੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਫੰਡਿੰਗ ਦਾ ਕੱਟ ਲਾਉਣਾ ਸ਼ੁਰੂ ਕੀਤਾ। ਔਰ ਤੁਸੀਂ ਦੇਖੋਗੇ ਕਿ 1990-91 ਤੋਂ ਬਾਅਦ ਚਾਹੇ ਉਹ ਯੂਨੀਵਰਸਿਟੀਜ਼ ਹੋਣ ਪੰਜਾਬ ਦੀਆਂ, ਚਾਹੇ ਪੰਜਾਬ ਦੇ ਸਰਕਾਰੀ ਕਾਲਜ ਹੋਣ, ਚਾਹੇ ਪੰਜਾਬ ਦੇ ਸਰਕਾਰੀ ਸਕੂਲ ਹੋਣ, ਉਹਨਾਂ ਦੇ ਫੰਡ ਦੇ ਉੱਤੇ ਬੇਇੰਤਹਾ ਕੱਟ ਜਿਹੜਾ ਹੈਗਾ ਉਹ ਲਾਇਆ ਗਿਆ। ਔਰ ਉਹਦਾ ਨਤੀਜਾ ਕੀ ਹੋਇਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਜਿਹੜਾ ਸਿਰਫ ਇਹ ਸਕੂਲ ਕਿੰਨਾਂ ਦੇ ਰਹਿ ਗਏ ਸਰਕਾਰੀ ਸਕੂਲ, ਚਾਹੇ ਉਹ ਦਲਿਤ ਪਰਿਵਾਰਾਂ ਦੇ ਜਾਂ ਜਿਹੜਾ ਗਰੀਬ ਕਿਸਾਨ ਸੀਗਾ ਉਹ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ। ਜਿਹੜੇ ਅਮੀਰ ਲੋਕ ਸੀਗੇ ਜਿਹੜੇ ਪੰਜਾਬ ਦੇ, ਜਾਂ ਅਮੀਰ ਕਿਸਾਨੀ ਸੀਗੀ, ਜਾਂ ਅਮੀਰ ਤਬਕਾ ਸੀਗਾ, ਜਾਂ ਮੱਧ ਵਰਗੀ ਤਬਕਾ ਸੀਗਾ, ਉਹਨਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ, ਪ੍ਰਾਈਵੇਟ ਕਾਲਜਾਂ ਦੇ ਵਿੱਚ, ਪ੍ਰਾਈਵੇਟ ਯੂਨੀਵਰਸਿਟੀਆਂ ਵੱਲ ਜਿਹੜਾ ਸੀਗਾ ਪੜ੍ਹਾਉਣਾ ਸ਼ੁਰੂ ਕੀਤਾ। ਔਰ ਉਹਦੇ ਕਰਕੇ ਇਹ ਜਿਹੜੇ ਸਰਕਾਰੀ ਸਕੂਲ ਸੀਗੇ ਅਣਗੌਲੇ ਹੋ ਗਏ ਔਰ ਪੋਸਟਾਂ ਜਿਹੜੀਆਂ ਸੀਗੀਆਂ ਨਹੀਂ ਸੀ ਭਰੀਆਂ ਜਾ ਰਹੀਆਂ, ਇਨਫਰਾਸਟਰਕਚਰ ਨਹੀਂ ਸੀ ਡਿਵੈਲਪ ਕੀਤਾ ਜਾ ਰਿਹਾ। ਔਰ ਨਤੀਜਾ ਕੀ ਹੋ ਗਿਆ, ਇਹ ਸਰਕਾਰੀ ਸਕੂਲ ਜਿਹੜੇ ਸੀਗੇ ਹੌਲੀ ਹੌਲੀ ਘਟਣੇ ਸ਼ੁਰੂ ਹੋ ਗਏ। ਇਹਨਾਂ ਦੇ ਵਿੱਚ ਗਿਣਤੀ ਜਿਹੜੀ ਸੀਗੀ ਬੱਚਿਆਂ ਦੀ ਉਹ ਵੀ ਘਟਣੀ ਸ਼ੁਰੂ ਹੋ ਗਈ। ਔਰ ਇੱਥੋਂ ਤੱਕ ਕਿ ਜੇ ਆਪਾਂ ਪੰਜਾਬ ਦੇ ਕਾਲਜਿਸ ਦੀ ਗੱਲ ਕਰ ਰਹੇ ਹਾਂ ਤਾਂ 1996 ਤੋਂ ਬਾਅਦ ਕੋਈ ਇੱਕ ਵੀ ਜਿਹੜਾ ਹੈਗਾ ਸਰਕਾਰੀ ਭਰਤੀ ਪ੍ਰੋਫੈਸਰਾਂ ਦੀ ਨਹੀਂ ਹੋਈ। ਜਿਹਨੂੰ ਆਪਾਂ PPSC ਦੇ ਰਾਹੀਂ ਪਹਿਲਾਂ ਭਰਤੀ ਹੁੰਦੀ ਸੀ ਗਵਰਨਮੈਂਟ ਟੀਚਰਸ ਦੀ, ਖਾਸ ਤੌਰ 'ਤੇ ਜਿਹੜੇ ਕਾਲਜਿਸ ਟੀਚਰਸ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਸੀਗਾ ਔਰ ਉਹ ਅੱਗੇ ਜਾ ਕੇ ਪੜ੍ਹਾਉਂਦੇ ਸੀਗੇ। ਹੁਣ ਕੀ ਹੈ ਕਿ ਸਿਰਫ ਤੇ ਸਿਰਫ ਐਡਹੌਕਿਜ਼ਮ ਤੋਂ ਜਿਹੜਾ ਹੈਗਾ ਕੰਮ ਚਲਾਇਆ ਜਾ ਰਿਹਾ, ਗੈਸਟ ਫੈਕਲਟੀਆਂ ਤੋਂ ਕੰਮ ਚਲਾਇਆ ਜਾ ਰਿਹਾ। ਯਾਨੀ ਕਿ ਉਹਨਾਂ ਨੂੰ ਪੈਸੇ ਕਿੰਨੇ ਦਿੱਤੇ ਜਾ ਰਹੇ ਆ, ਕਿਸੇ ਨੂੰ 7000 ਦਿੱਤਾ ਜਾ ਰਿਹਾ, ਕਿਸੇ ਨੂੰ PhD ਜਿਹੜੇ ਸਕਾਲਰਸ ਨੇ ਸਾਡੇ ਉਹਨਾਂ ਨੂੰ ਕਿਸੇ ਨੂੰ 10,000 ਦੇ ਉੱਤੇ ਰੱਖਿਆ ਜਾ ਰਿਹਾ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਬਹੁਤ ਬੁਰੀ ਤਰ੍ਹਾਂ ਪੰਜਾਬ ਦੀ ਐਜੂਕੇਸ਼ਨ ਨੂੰ ਜਿਹੜਾ ਸੀਗਾ ਮਧੋਲਿਆ ਗਿਆ, ਖ਼ਤਮ ਕੀਤਾ ਗਿਆ। ਔਰ ਅੱਜ ਨਤੀਜਾ ਇਹ ਹੈ ਕਿ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਇਹਨਾਂ ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਦੀ ਬਜਾਏ ਉਹ ਕੀ ਪ੍ਰੈਫਰ ਕਰ ਰਿਹਾ, ਉਹ ਆਈਲੈਟਸ ਕਰਕੇ ਬਾਹਰ ਜਾਣਾ, ਵੀ ਮੈਂ ਬਾਹਰ ਚਲਾ ਜਾਵਾਂਗਾ, ਮੇਰਾ ਇੱਥੇ ਕੋਈ ਭਵਿੱਖ ਨਜ਼ਰ ਨਹੀਂ ਮੈਨੂੰ ਇੱਥੇ ਆ ਰਿਹਾ। ਸੋ ਬਾਹਰ ਜਾਣਾ ਤਾਂ ਜ਼ਿਆਦਾ ਪ੍ਰੈਫਰ ਕਰ ਰਿਹਾ। ਉਹ ਇੱਥੇ ਜਿਹੜਾ ਹੈਗਾ ਪੜ੍ਹਨਾ, ਆਪਾਂ ਨੂੰ ਵੀ ਪਤਾ ਹੈ ਕਿ ਚਾਹੇ ਯੂਨੀਵਰਸਿਟੀਆਂ ਨੇ ਸਰਕਾਰੀ, ਚਾਹੇ ਕਾਲਜਿਸ ਨੇ, ਚਾਹੇ ਸਕੂਲ ਨੇ, ਉਹ ਬਿਲਕੁਲ ਉਹਨਾਂ ਦੇ ਵਿੱਚ ਪੜ੍ਹਨਾ ਪਸੰਦ ਨਹੀਂ ਕਰਦਾ। ਸੋ ਨਤੀਜਾ ਕੀ ਨਿਕਲ ਰਿਹਾ ਉਹਦਾ ਕਿ ਸਾਡਾ ਅਰਬਾਂ ਰੁਪਈਆ ਪੰਜਾਬ ਦਾ ਜਿਹੜਾ ਹੈਗਾ ਪਹਿਲਾਂ ਬ੍ਰੇਨ ਡਰੇਨ ਹੋਇਆ, ਨਾਲ ਮਨੀ ਡਰੇਨ ਜਿਹੜਾ ਹੈਗਾ ਉਹ ਵੀ ਹੋ ਰਿਹਾ। ਔਰ ਉਹਦੇ ਨਾਲ ਸਾਨੂੰ ਅਰਬਾਂ ਰੁਪਏ ਦਾ ਹਰ ਸਾਲ ਘਾਟਾ ਪੈ ਰਿਹਾ। ਸਾਡੇ ਨੌਜਵਾਨ ਕੈਨੇਡਾ 'ਚ ਜਾ ਰਹੇ ਨੇ, ਅਮਰੀਕਾ 'ਚ ਜਾ ਰਹੇ ਨੇ, ਆਸਟ੍ਰੇਲੀਆ ਜਾ ਰਹੇ ਨੇ, ਜਾਂ ਹੋਰ ਯੂਰਪੀਅਨ ਜਿਹੜੇ ਨੇ ਮੁਲਕਾਂ ਦੇ ਵਿੱਚ ਜਾ ਰਹੇ ਨੇ। ਔਰ ਉਹਦਾ ਸਾਰਾ ਮੁਨਾਫਾ ਜਿਹੜਾ ਹੈਗਾ ਉਹਨਾਂ ਨੂੰ ਹੋ ਰਿਹਾ। ਕਿਸੇ ਵੇਲੇ ਆਪਾਂ ਕਹਿੰਦੇ ਹੁੰਦੇ ਸੀ ਯਾਰ ਸਾਡਾ ਜਿਹੜੇ ਪੰਜਾਬੀ ਪ੍ਰਵਾਸੀ ਨੇ ਉਹ ਪੈਸਾ ਇੱਥੇ ਲੈ ਕੇ ਆ ਰਹੇ ਨੇ। ਹੁਣ ਕੀ ਹੈ ਕਿ ਸਾਡਾ ਬਿਲਕੁਲ ਉਲਟ ਚੱਕਰ ਚੱਲ ਪਿਆ। ਸਾਡਾ ਪੈਸਾ ਜਿਹੜਾ ਪੰਜਾਬ ਦਾ ਪੈਸਾ ਇਹਨਾਂ ਦੀਆਂ ਐਜੂਕੇਸ਼ਨ ਪਾਲਿਸੀਆਂ ਕਰਕੇ ਸਰਕਾਰਾਂ ਦੀਆਂ, ਚਾਹੇ ਉਹ ਤੁਸੀਂ ਦੇਖੋਗੇ ਕਿ ਚਾਹੇ 1990 ਤੋਂ ਬਾਅਦ ਚਾਹੇ ਅਕਾਲੀ ਦਲ BJP ਦੀ ਸਰਕਾਰ ਰਹੀ ਹੋਵੇ, ਚਾਹੇ ਤੁਸੀਂ ਦੇਖੋਗੇ ਕਾਂਗਰਸ ਦੀ ਸਰਕਾਰ ਰਹੀ ਹੋਵੇ, ਇਸ ਤਰ੍ਹਾਂ ਸੈਂਟਰ ਦੇ ਵਿੱਚ ਚਾਹੇ ਉਹ ਕਾਂਗਰਸ ਦੀ ਚਾਹੇ BJP ਦੀ ਸਰਕਾਰ ਰਹੀ ਹੋਵੇ, ਦੋਨਾਂ ਨੇ ਮਿਲ ਕੇ, ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਨੇ, ਚਾਹੇ ਉਹ ਪੰਜਾਬ ਜਾਂ ਸਟੇਟ ਦੀਆਂ ਸਰਕਾਰਾਂ ਨੇ, ਦੋਵਾਂ ਨੇ ਮਿਲ ਕੇ ਐਜੂਕੇਸ਼ਨ ਬਜਟ ਦੇ ਉੱਤੇ ਵੱਡੇ ਵੱਡੇ ਕੱਟ ਲਾਏ ਨੇ। ਔਰ ਵੱਡੇ ਕੱਟ ਲਾਉਣ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਇਹ ਸਾਰੀਆਂ ਜਿਹੜੀਆਂ ਸਰਕਾਰੀ ਐਜੂਕੇਸ਼ਨ ਸੰਸਥਾਵਾਂ ਨੇ ਉਹ ਸਿਸਕ ਰਹੀਆਂ ਨੇ, ਉਹ ਮਰਨ ਦੇ ਕਿਨਾਰੇ ਜਿਹੜੀਆਂ ਨੇ ਆ ਚੁੱਕੀਆਂ ਨੇ। ਬੱਚੇ ਉਹਨਾਂ 'ਚ ਪੜ੍ਹਨਾ ਵੀ ਚਾਹੁੰਦੇ ਨੇ ਪਰ ਕਿਉਂਕਿ ਇਨਫਰਾਸਟਰਕਚਰ ਨਹੀਂ ਹੈ, ਉੱਥੇ ਕੋਈ ਟੀਚਰ ਉਹਨਾਂ ਦੀ ਪ੍ਰੋਪਰ ਭਰਤੀ ਨਹੀਂ ਹੋ ਰਹੀ। ਆਪਾਂ ਨੂੰ ਵੀ ਪਤਾ ਲੱਗ ਕਿ ਕਿਉਂਕਿ ਹੁਣ ਧਰਨਿਆਂ ਦਾ ਜ਼ਮਾਨਾ ਹੈ ਔਰ ਹਰ ਤਰ੍ਹਾਂ ਦਾ ਟੀਚਰ ਤੁਸੀਂ ਦੇਖੋਗੇ ਕਿ ਜਿਵੇਂ ਤੁਸੀਂ ਵੱਖ-ਵੱਖ, ਚਾਹੇ ਉਹ ਟੈਟ ਪਾਸ ਨੇ, ਚਾਹੇ ਉਹ ਨੈੱਟ ਪਾਸ ਨੇ, ਚਾਹੇ ਉਹ ਕੋਈ ਹੋਰ ਨੇ, ਇੱਥੋਂ ਤੱਕ ਕਿ ਡਾਕਟਰ ਸਾਹਿਬਾਨ ਜਿਹੜੇ ਨੇ, ਨਰਸਾਂ ਨੇ, ਹਰ ਤਰ੍ਹਾਂ ਦਾ ਕਰਮਚਾਰੀ ਅੱਜ ਉਹ ਧਰਨਿਆਂ 'ਤੇ ਬੈਠਾ ਹੈ ਸਿਰਫ ਇਸ ਲਈ ਕਿ ਜਿਹੜੀਆਂ 1990 ਤੋਂ ਬਾਅਦ ਦੀਆਂ ਜਿਹੜੀਆਂ ਸਰਕਾਰੀ ਨੀਤੀਆਂ ਬਣੀਆਂ ਔਰ ਪ੍ਰਾਈਵੇਟਾਈਜੇਸ਼ਨ ਨੂੰ ਜਿਹੜਾ ਹੈਗਾ ਉਹਨਾਂ ਨੂੰ ਵਧਾਵਾ ਦਿੱਤਾ ਗਿਆ ਔਰ ਉਹਨਾਂ ਇੱਦਾਂ ਦੀਆਂ ਪਾਲਿਸੀਆਂ ਲਿਆਂਦੀਆਂ ਗਈਆਂ। ਔਰ ਉਹਦੇ ਕਰਕੇ ਚਾਹੇ ਤੁਸੀਂ ਦੇਖ ਲਓ ਕਿ ਰੇਲਵੇ ਸਾਡੀ ਜਿਹੜੀ ਹੈਗੀ ਹੈ ਉਹ ਪ੍ਰਾਈਵੇਟ ਹੱਥਾਂ 'ਚ ਵੇਚ ਦਿੱਤੀ ਗਈ, ਚਾਹੇ ਸਾਡੇ ਜਿਹੜੇ ਐਰੋਪਲੇਨਸ ਨੇ, ਜਹਾਜ਼ ਜਿਹੜੇ ਨੇ ਉਹ ਪ੍ਰਾਈਵੇਟ ਕਰ ਦਿੱਤੇ ਗਏ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਜਿਹੜੀਆਂ ਵੀ ਸਰਕਾਰੀ ਚੀਜ਼ਾਂ ਸੀਗੀਆਂ, ਸਰਕਾਰੀ ਸਾਡੇ ਜਿਹੜੀ ਸਰਵਿਸ
ਪਹਿਲਾਂ ਮਿਲਦੀ ਸੀ, ਅੱਜ ਉਹ ਸਾਰੀ ਪ੍ਰਾਈਵੇਟ ਹੱਥਾਂ 'ਚ ਸੌਂਪ ਦਿੱਤੀ ਗਈ ਹੈ। ਔਰ ਇੱਥੋਂ ਤੱਕ ਕਿ ਹੁਣ ਤਾਂ ਇੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਹਾਲਤ ਆ ਗਈ ਕਿ ਸਾਡਾ ਜਿਹੜਾ ਖਾਣ ਪੀਣ ਹੈ, ਸਾਡੀ ਜਿਹੜੀ ਕਣਕ ਹੈ, ਸਾਡਾ ਮੱਕੀ ਹੈ, ਸਾਡੀਆਂ ਜੌਂ ਹੈ, ਇਹ ਵੀ ਉਹ ਅਡਾਨੀ ਅੰਬਾਨੀ ਨੂੰ ਦੇਣਾ ਚਾਹੁੰਦੇ ਨੇ, ਉਹ ਕੰਟਰੋਲ ਕਰਨਾ ਚਾਹੁੰਦੇ ਨੇ, ਜਿਹਦੇ ਕਰਕੇ 3 ਕਾਲੇ ਕਾਨੂੰਨ ਖੇਤੀਬਾੜੀ ਵਾਲੇ ਉਹ ਲਿਆਂਦੇ ਨੇ। ਇਹਦਾ ਮਤਲਬ ਇਹੀ ਹੈ ਕਿ ਹਰ ਚੀਜ਼ ਪ੍ਰਾਈਵੇਟ ਜਿਹੜੀ ਹੈਗੀ ਹੱਥਾਂ 'ਚ ਸੌਂਪ ਦਿੱਤੀ ਜਾਏ, ਅਡਾਨੀਆਂ ਅੰਬਾਨੀਆਂ ਨੂੰ ਸੌਂਪ ਦਿੱਤੀ ਜਾਏ। ਇਸੇ ਤਰ੍ਹਾਂ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੀ ਗਈ ਹੈ, ਜਿਹਦੇ ਕਰਕੇ ਅੱਜ ਪੰਜਾਬ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨ ਦੇ ਤੌਰ 'ਤੇ ਜੇ ਆਪਾਂ ਦੇਖੀਏ ਬਹੁਤ ਥੱਲੇ ਵੱਲ ਜਾ ਰਿਹਾ ਹੈ। ਜੀ ਸੁਖਿੰਦਰ। ਅੱਛਾ ਡਾਕਟਰ ਸਾਹਿਬ, ਤੁਸੀਂ ਰੈਗੂਲਰ ਪ੍ਰੋਫੈਸਰਾਂ ਦੀ ਗੱਲ ਕੀਤੀ ਹੈ, ਤਾਂ ਜਿਹੜੇ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਵੀ ਗੱਲ ਕੀਤੀ ਤੇ ਮੈਂ ਵੀ, ਤੇ ਉਸ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜਿਹੜੀ ਪੰਜਾਬੀ ਹੈ, ਸਰਕਾਰੀ ਅੰਕੜਿਆਂ ਮੁਤਾਬਕ 47 ਸਰਕਾਰੀ ਕਾਲਜ ਨੇ ਤੇ ਉਹਨਾਂ ਦੇ ਵਿੱਚ ਸਿਰਫ ਪੰਜਾਬੀ ਦੇ 18 ਰੈਗੂਲਰ ਪ੍ਰੋਫੈਸਰ ਨੇ। ਤੁਸੀਂ ਵੀ ਪੰਜਾਬੀ ਯੂਨੀਵਰਸਿਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋ ਤੇ ਤੁਸੀਂ ਪੰਜਾਬੀ ਡਿਪਾਰਟਮੈਂਟ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਤਾਂ ਜਿਹੜੀ ਅਣਗੌਲਿਆ ਕੀਤਾ ਜਾ ਰਿਹਾ ਪੰਜਾਬੀ ਭਾਸ਼ਾ ਨੂੰ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਕ ਕਿਸੇ ਵੀ ਮੁਲਕ ਦੇ ਲਈ ਸਭ ਤੋਂ ਮਾੜੀ ਗੱਲ ਜਾਂ ਕਿਸੇ ਵੀ ਬਸ਼ਿੰਦੇ ਦੇ ਲਈ ਮਾੜੀ ਗੱਲ ਸਭ ਤੋਂ ਜ਼ਿੰਦਗੀ ਦੀ ਇਹੀ ਹੁੰਦੀ ਹੈ ਕਿ ਇੱਕ ਕਹਾਵਤ ਹੈ ਕਿ ਜਾਂ ਤੈਨੂੰ ਤੇਰੀ ਜ਼ੁਬਾਨ ਭੁੱਲ ਜਾਏ, ਮਾਂ ਬੋਲੀ ਭੁੱਲ ਜਾਏ। ਸੋ ਇਹ ਸਾਨੂੰ ਜਦੋਂ ਸਾਡੀ ਜ਼ੁਬਾਨ ਤੋਂ ਤੋੜਿਆ ਜਾ ਰਿਹਾ, ਸਾਡੀ ਆਪਣੀ, ਆਪਾਂ ਨੂੰ ਪਤਾ ਹੈ ਕਿ ਜਿਸ ਸਟੇਟ ਦਾ, ਪੰਜਾਬ ਸਟੇਟ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਹਨੂੰ ਅਸੀਂ ਮਹਾਰਾਜਾ ਸਾਹਿਬ ਕਹਿੰਦੇ ਹਾਂ, ਉਹ ਜਦੋਂ ਜਿਹੜੀ ਓਥ ਲੈਂਦਾ ਹੈ, ਸਹੁੰ ਚੁੱਕਦਾ ਹੈ ਪਹਿਲੇ ਵਾਰੀ ਮੁੱਖ ਮੰਤਰੀ ਬਣਨ 'ਤੇ, ਉਹ ਅੰਗਰੇਜ਼ੀ 'ਚ ਚੁੱਕਦਾ ਹੋਵੇ ਔਰ ਅੰਗਰੇਜ਼ੀ 'ਚ ਬੋਲਣਾ ਆਪਣਾ ਮਾਣ ਸਮਝਦਾ ਹੋਵੇ, ਉਹਨੂੰ ਲੱਗਦਾ ਕਿ ਅੰਗਰੇਜ਼ੀ ਬੋਲ ਕੇ ਮੈਂ ਸ਼ਾਇਦ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮੈਂ ਬੜਾ ਵਿਦਵਾਨ ਹਾਂ। ਸੋ ਜਦੋਂ ਤੁਹਾਡਾ ਮੁੱਖ ਮੰਤਰੀ ਇੱਦਾਂ ਦੀ ਗੱਲ ਸੋਚ ਰਿਹਾ ਹੋਵੇ ਤਾਂ ਬਾਕੀ ਲੋਕਾਂ ਦਾ ਕੀ ਭਵਿੱਖ ਹੋਏਗਾ ਪੰਜਾਬ ਦੇ ਬਾਰੇ, ਕੀ ਉਹ ਪੰਜਾਬੀ ਭਾਸ਼ਾ ਦੇ ਬਾਰੇ ਉਹ ਕੀ ਸਟੈਂਡ ਲੈਣਗੇ, ਚਾਹੇ ਉਹ ਅਫਸਰਸ਼ਾਹੀ ਹੈ, ਚਾਹੇ ਉਹਨਾਂ ਦੇ ਸਾਥੀ ਨੇ, ਚਾਹੇ ਉਹਨਾਂ ਦੀ ਪਾਰਟੀ ਹੈ। ਇਹਦਾ ਮਤਲਬ ਇਹੀ ਹੈ ਕਿ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਆਈਆਂ ਨੇ, ਚਾਹੇ ਅਕਾਲੀ ਦਲ ਹੈ, ਜਿਹੜੀ ਅਕਾਲੀ ਦਲ ਕਿਸੇ ਵੇਲੇ ਇਹ ਕਹਿ ਕੇ ਆਈ ਸੀ ਕਿ ਅਸੀਂ ਪੰਜਾਬੀ ਸੂਬਾ ਚਾਹੁੰਦੇ ਹਾਂ, ਪੰਜਾਬੀ ਭਾਸ਼ਾ ਦੇ ਨਾਂ ਦੇ ਉੱਤੇ ਉਹ ਲੜਾਈ ਉਹਨਾਂ ਨੇ ਲੜੀ ਸੀਗੀ, ਉਹ ਵੀ ਜਿਹੜੀ ਹੈਗੀ ਹੈ ਉਸ ਦੌਰ ਦੇ ਵਿੱਚ ਵੀ 10 ਸਾਲਾਂ ਦਾ ਜਿਹੜਾ ਪਿਛਲਾ ਦੌਰ ਰਿਹਾ ਅਕਾਲੀ ਦਲ ਬੀਜੇਪੀ ਦਾ, ਉਸ ਦੌਰ ਦੇ ਵਿੱਚ ਵੀ ਜਿਹੜੀ ਪੰਜਾਬੀ ਦੀ ਤਰੱਕੀ ਜਿਹੜੀ ਹੋਣੀ ਚਾਹੀਦੀ ਸੀਗੀ, ਜਾਂ ਇੱਥੋਂ ਤੱਕ ਜਿਹੜੀ ਹੁਣ ਪੰਜਾਬੀ ਯੂਨੀਵਰਸਿਟੀ ਹੈ, ਜਿਹੜੀ ਪੰਜਾਬੀ ਦੇ ਨਾਂ 'ਤੇ ਬਣੀ ਹੈ, ਇੱਕੋ ਇੱਕ ਜਿਹੜੀ ਹੈਗੀ ਹੈ ਹਿੰਦੁਸਤਾਨ ਦੀ ਯੂਨੀਵਰਸਿਟੀ ਹੈ, ਜਿਹੜੀ ਭਾਸ਼ਾ ਦੇ ਨਾਂ 'ਤੇ ਬਣੀ ਹੋਈ ਹੈ, ਦੇ ਉਸ ਯੂਨੀਵਰਸਿਟੀ ਨੂੰ ਖਤਮ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਸੀਗੀਆਂ ਉਹ ਅਕਾਲੀ ਦਲ ਵੇਲੇ ਵੀ ਹੋਈਆਂ ਔਰ ਇਸ ਵੇਲੇ ਕਾਂਗਰਸ ਦੇ ਵੇਲੇ ਵੀ ਹੋਈਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਿੰਨੀ ਦੇਰ ਸਾਡੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਜਾਂ ਜ਼ੁਬਾਨ ਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾਉਣਗੀਆਂ, ਉਨੀ ਦੇਰ ਕੋਈ ਵੀ ਭਾਸ਼ਾ ਜਿਹੜੀ ਹੈਗੀ ਨਾ ਪਰਿਵਾਰ ਦੀ ਭਾਸ਼ਾ ਬਣ ਸਕਦੀ ਹੈ, ਨਾ ਉਹ ਸਰਕਾਰ ਦੀ ਭਾਸ਼ਾ ਬਣ ਸਕਦੀ ਹੈ, ਨਾ ਉਹ ਬਾਜ਼ਾਰ ਦੀ ਭਾਸ਼ਾ ਬਣ ਸਕਦੀ ਹੈ। ਸੋ ਇਸ ਕਰਕੇ ਰੁਜ਼ਗਾਰ ਦੀ ਭਾਸ਼ਾ ਜਿੰਨੀ ਦੇਰ ਇਹਦੇ ਨਾਲ, ਜਿਵੇਂ ਤੁਸੀਂ ਕਹਿ ਰਹੇ ਹੋ, ਜਿੰਨੀ ਦੇਰ ਰੁਜ਼ਗਾਰ ਨੂੰ ਨਹੀਂ ਜੋੜਿਆ ਜਾਂਦਾ, ਜਿੰਨੀ ਦੇਰ ਤੁਸੀਂ ਦੇਖੋਗੇ ਹੁਣ ਪਿਛਲੇ ਦਿਨਾਂ ਦੇ ਵਿੱਚ ਟੀਚਰਾਂ ਦੀਆਂ ਜਿਹੜੀਆਂ ਨੇ ਭਰਤੀਆਂ ਨਿਕਲੀਆਂ ਨੇ ਔਰ ਸਭ ਤੋਂ ਘੱਟ ਜਿਹੜੀਆਂ ਪੋਸਟਾਂ ਨੇ ਉਹ ਪੰਜਾਬੀ ਜ਼ੁਬਾਨ ਦੀਆਂ, ਪੰਜਾਬੀ ਬੋਲੀ ਦੀਆਂ ਜਿਹੜੀਆਂ ਨੇ ਕੱਢੀਆਂ ਗਈਆਂ ਨੇ। ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਸਰਕਾਰਾਂ ਦਾ ਏਜੰਡਾ ਕੁਝ ਹੋਰ ਹੈ। ਸਰਕਾਰਾਂ ਤਾਂ ਇਹੀ ਚਾਹੁੰਦੀਆਂ ਨੇ ਕਿ ਸਾਡੇ ਬੱਚੇ ਆਈਲੈਟਸ ਕਰਕੇ ਬਾਹਰ ਚਲੇ ਜਾਣ, ਸਾਨੂੰ ਕੋਈ ਸਵਾਲ ਨਾ ਪੁੱਛਣ ਔਰ ਪੰਜਾਬੀ ਜ਼ੁਬਾਨ ਬਾਰੇ ਜਾਂ ਪੰਜਾਬੀ ਹੋਰ ਜਿਹੜੀਆਂ ਬੁਨਿਆਦੀ ਮਸਲੇ ਨੇ ਪੰਜਾਬ ਦੇ, ਉਹਨਾਂ ਬਾਰੇ ਸਾਡੇ ਉੱਤੇ ਕੋਈ ਸਵਾਲ ਖੜੇ ਨਾ ਕਰਨ। ਸੋ ਇਸ ਕਰਕੇ ਇਹੀ ਇਸ ਵੇਲੇ ਹਾਲਾਤ ਬਣੇ ਹੋਏ ਨੇ ਕਿ ਪੰਜਾਬੀ ਔਰ ਪੰਜਾਬੀਅਤ ਪੰਜਾਬ 'ਚੋਂ ਖਤਮ ਹੁੰਦੀ ਜਾ ਰਹੀ ਹੈ ਔਰ ਸਰਕਾਰਾਂ ਸਾਡੀਆਂ ਅੱਖਾਂ ਮੀਚ ਕੇ ਆਨੰਦ ਲੈ ਰਹੀਆਂ ਨੇ। ਔਰ ਆਪਾਂ ਨੂੰ ਵੀ ਪਤਾ ਹੈ ਕਿ 4.5 ਸਾਲ ਕੈਪਟਨ ਸਾਹਿਬ ਉਹਨਾਂ ਨੇ ਪੰਜਾਬ ਦੀ ਸੁੱਧ ਬੁੱਧੀ ਨਹੀਂ ਲਈ ਔਰ ਜਿਹੜਾ ਕੈਪਟਨ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਕਦੇ ਮਤਲਬ ਆਏ ਨਹੀਂ ਹੈਗੇ 4.5 ਸਾਲ, ਉਹਨਾਂ ਤੋਂ ਅਸੀਂ ਕੀ ਤਵੱਕੋ ਕਰ ਸਕਦੇ ਹਾਂ, ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਸੁਖਿੰਦਰ ਜੀ। ਜੀ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਇਹ ਸਨ ਸਾਡੇ ਨਾਲ ਡਾਕਟਰ ਭੀਮੇਂਦਰ ਸਿੰਘ ਜੀ, ਜਿਨ੍ਹਾਂ ਨੇ ਸਿੱਖਿਆ ਦੇ ਮੁੱਦੇ ਤੇ ਆਪਣੇ ਵਿਚਾਰ ਰੱਖੇ ਨੇ। ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।